ਧੰਨ ਵਾਹਿਗੁਰੂ ਜੀ। ਗੂਜਰੀ ਅੰਤ ਕਾਲ ਜੋ ਲਛਮੀ ਸਿਮਰੈ, ਐਸੀ ਚਿੰਤਾ ਮਹਿ ਜੀ ਮਰੈ। ਸਰਪ ਜੋਨ ਵਲ ਵਲ ਔਤਰੈ, ਅਰੀ ਬਾਈ ਗੋਬਿੰਦ ਨਾਮ ਮਤ ਬੀਸਰੈ। ਰਹਾਉ ਅੰਤ ਕਾਲ ਜੋ ਇਸਤਰੀ ਸਿਮਰੈ, ਐਸੀ ਚਿੰਤਾ ਮਹਿ ਜੀ ਮਰੈ। ਬੇਸਵਾ ਜੋਨ ਵਲ ਵਲ ਔਤਰੈ, ਅੰਤ ਕਾਲ ਜੋ ਲੜਕੇ ਸਿਮਰੈ, ਐਸੀ ਚਿੰਤਾ ਮਹਿ ਜੀ ਮਰੈ। ਸੂਕਰ ਜੋਨ ਵਲ ਵਲ ਔਤਰੈ, ਅੰਤ ਕਾਲ ਜੋ ਮੰਦਰ ਸਿਮਰੈ, ਐਸੀ ਚਿੰਤਾ ਮਹਿ ਜੀ ਮਰੈ। ਪ੍ਰੀਤ ਜੋਨ ਵਲ ਵਲ ਔਤਰੈ, ਅੰਤ ਕਾਲ ਨਾਰਾਇਣ ਸਿਮਰੈ, ਐਸੀ ਚਿੰਤਾ ਮਹਿ ਜੀ ਮਰੈ। ਬਦਤ ਤਿਲੋਚਨ ਤੀ ਨਰ ਮੁਕਤਾ, ਪੀਤੰਬਰ ਵਾਕੀ ਹਿਰਦੈ ਬਸੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗਰੀਬ ਨਵਾਜ ਗੁਰੂ ਗ੍ਰੰਥ ਸਾਹਿਬ ਸਤਿਗੁਰੂ ਜੀ ਦੇ ਪਾਵਨ ਦਰਬਾਰ ਦੀਆਂ ਹਾਜ਼ਰੀਆਂ ਭਰ ਰਹੀ ਗੁਰੂ ਸਵਾਰੀ ਸਾਧ ਸੰਗਤ ਜੀਓ, ਸਤਿਗੁਰਾਂ ਦੀ ਅੰਮ੍ਰਿਤਮਈ ਪਾਵਨ ਬਾਣੀ ਦੇ ਪਾਠ ਅਤੇ ਕੀਰਤਨ ਰਾਹੀਂ ਗੁਰੂ ਸਵਾਰਿਆਂ ਪਾਸੋਂ ਆਪ ਜੀ ਨੇ ਸਤਿਗੁਰੂ ਦੀ ਪਾਵਨ ਬਾਣੀ ਦੇ ਉਪਦੇਸ਼ ਸ਼ਰਵਣ ਕੀਤੇ ਹਨ। ਗੁਰੂ ਬਖਸ਼ਿਸ਼ ਦੇ ਪਾਤਰ ਬਣ ਕੇ ਆਪਾਂ ਯਤਨ ਕਰ ਰਹੇ ਹਾਂ ਭਗਤ ਸਾਹਿਬਾਨ ਜੀ ਦੀ ਪਾਵਨ ਬਾਣੀ ਨੂੰ ਲੜੀਵਾਰ ਵਿਚਾਰਨ ਦਾ। ਭਗਤ ਤ੍ਰਿਲੋਚਨ ਜੀ ਦਾ ਇਹ ਤੀਸਰਾ ਸ਼ਬਦ ਆਪਾਂ ਸਤਿਗੁਰੂ ਦੀ ਪਾਵਨ ਬਾਣੀ ਦੇ ਵਿੱਚੋਂ ਪਾਠ ਦੇ ਰੂਪ ਵਿੱਚ ਸਾਂਝਾ ਕੀਤਾ ਹੈ। ਗੂਜਰੀ ਰਾਗ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਕ ਨੰਬਰ 526 ਉੱਪਰ ਇਹ ਪਾਵਨ ਸ਼ਬਦ ਸੁਭਾਇਮਾਨ ਹੈ। ਸ਼ਬਦ ਦਾ ਰਹਾਉ ਵਾਲਾ ਬੰਦ ਹੈ, ਅਰੀ ਬਾਈ ਗੋਬਿੰਦ ਨਾਮ ਮਤ ਬੀਸਰੈ। ਸ਼ਬਦ ਉੱਤੇ ਸਿਰਲੇਖ ਹੈ ਗੂਜਰੀ, ਭਾਵ ਹੈ ਗੂਜਰੀ ਰਾਗ ਵਿੱਚ। ਵੈਸੇ ਇਹਨਾਂ ਦੋਵਾਂ ਪਦਿਆਂ ਦਾ ਸ਼ਬਦਾਂ ਦਾ ਸਾਂਝਾ ਸਿਰਲੇਖ ਆ ਚੁੱਕਿਆ ਹੈ, ਜਿਸ ਨੂੰ ਆਪਾਂ ਇਸ ਤੋਂ ਪਹਿਲੇ ਸ਼ਬਦ ਵਿੱਚ ਵਿਚਾਰਨ ਦਾ ਯਤਨ ਕੀਤਾ ਹੈ। ਰਹਾਉ ਦੇ ਬੰਦ ਵਿੱਚ ਸ਼ਬਦ ਹੈ ਅਰੀ ਬਾਈ। ਭਗਤ ਤ੍ਰਿਲੋਚਨ ਜੀ ਦੀ ਬਾਣੀ ਉੱਪਰ ਮਰਾਠੀ ਭਾਸ਼ਾ ਦਾ ਪ੍ਰਭਾਵ ਹੈ, ਕਿਉਂਕਿ ਮਹਾਂਪੁਰਖ ਵੀ ਉਸ ਇਲਾਕੇ ਦੇ ਰਹਿਣ ਵਾਲੇ ਸਨ ਅਤੇ ਭਗਤ ਨਾਮਦੇਵ ਸਾਹਿਬ ਜੀ ਦੇ ਤਕਰੀਬਨ ਇਸ ਸਮਕਾਲੀ ਮਹਾਂਪੁਰਖ ਨੇ। ਜਦੋਂ ਅਸੀਂ ਭਗਤ ਨਾਮਦੇਵ ਸਾਹਿਬ ਜੀ ਦੀ ਬਾਣੀ ਪੜ੍ਹਦੇ ਹਾਂ, ਜੋ ਕਿ ਮਹਾਰਾਸ਼ਟਰ ਦੇ ਹੀ ਰਹਿਣ ਵਾਲੇ ਸਨ,
ਉਹਨਾਂ ਦੀ ਬਾਣੀ ਵਿੱਚ ਸਾਨੂੰ ਬਹੁਤਾਤ ਸ਼ਬਦ ਜਿਹੜੇ ਹਨ ਜਿਹੜਾ ਪ੍ਰਭਾਵ ਉਹਨਾਂ ਦੀ ਬਾਣੀ ਉੱਪਰ ਹੈ ਉਹ ਮਰਾਠੀ ਭਾਸ਼ਾ ਦਾ ਹੈ। ਹਾਲਾਂਕਿ ਉਹਨਾਂ ਨੇ ਆਪਣੇ ਧਰਮ ਪ੍ਰਚਾਰ ਕਾਰਜਾਂ ਦੇ ਲਈ ਬਹੁਤ ਲੰਬਾ ਚੌੜਾ ਜਿਹੜਾ ਹੈ ਪੰਜਾਬ ਤੱਕ ਵੀ ਚੱਕਰ ਲਾਇਆ ਹੈ। ਖੈਰ, ਸਾਡਾ ਵਿਸ਼ਾ ਉਹਨਾਂ ਦੇ ਜੀਵਨ ਨੂੰ ਜਾਂ ਘਟਨਾਵਾਂ ਨੂੰ ਲੜੀਵਾਰ ਹਾਲਾਂ ਵਿਚਾਰਨਾ ਨਹੀਂ। ਅਸੀਂ ਭਗਤ ਤ੍ਰਿਲੋਚਨ ਜੀ ਦੀ ਬਾਣੀ ਦੀ ਵਿਚਾਰ ਕਰ ਰਹੇ ਹਾਂ। 22 ਸ਼ਬਦ ਜਿਹੜਾ ਹੈ ਉਹ ਭੈਣ ਵਾਸਤੇ ਵਰਤਿਆ ਜਾਂਦਾ ਹੈ। ਜਿਵੇਂ ਗੁਰੂ ਦੇਵ ਬਾਣੀ ਵਿੱਚ ਕਹਿੰਦੇ ਹਨ, ਆਵਹੁ ਭੈਣੇ ਗਲ ਮਿਲਹਿ ਅੰਕ ਸਹੇਲੜੀਆਂ। ਜਾਂ ਗੁਰੂ ਸਾਹਿਬ ਇੱਕ ਹੋਰ ਸ਼ਬਦ ਵਰਤਦੇ ਨੇ, ਗੁਰਮੁਖ ਸਖੀ ਸਹੇਲੀ ਮੇਰੀ, ਜਾਂ ਸਖੀ ਸਾਜਨੀ। ਇਹਦਾ ਭਾਵ ਹੁੰਦਾ ਹੈ ਕਿ ਜਿਵੇਂ ਪੰਜਾਬ ਦੇ ਕਲਚਰ ਵਿੱਚ ਔਰਤਾਂ ਆਪਣੀ ਹਮ ਉਮਰ ਔਰਤ ਨੂੰ, ਬੱਚੀਆਂ ਆਪਣੀ ਹਮ ਉਮਰ ਬੱਚੀ ਨੂੰ ਸਹੇਲੀਆਂ, ਸਖੀਆਂ, ਸਾਜਣੀਆਂ ਕਹਿ ਕੇ ਬੁਲਾਉਂਦੀਆਂ ਹਨ। ਸਾਡੀ ਬੋਲ ਚਾਲ ਔਰ ਸਾਡੀ ਪੰਜਾਬੀ ਕਾਵਿ ਧਾਰਾ ਵਿੱਚ ਵੀ ਸਖੀ ਸ਼ਬਦ, ਸਹੇਲੀ ਸ਼ਬਦ ਆਮ ਵਰਤਿਆ ਜਾਂਦਾ ਹੈ। ਜਿਵੇਂ ਦੋਸਤ ਸ਼ਬਦ ਵਰਤਿਆ ਜਾਂਦਾ ਹੈ, ਮਿੱਤਰ ਸੱਜਣ ਜਿਹੜਾ ਹੈ ਸ਼ਬਦ ਵਰਤਿਆ ਜਾਂਦਾ ਹੈ, ਸੱਜਣ ਸ਼ਬਦ ਵਰਤਿਆ ਜਾਂਦਾ ਹੈ। ਇਸੇ ਤਰ੍ਹਾਂ ਸਖੀ, ਸਹੇਲੀ ਤੇ ਸਾਜਨੀ ਸ਼ਬਦ ਵੀ ਜਿਹੜਾ ਹੈ ਉਹ ਵਰਤਿਆ ਹੈ। ਗੁਰੂ ਸਾਹਿਬ ਜੀ ਨੇ ਸ਼ਬਦ ਜਿਹੜੇ ਹਨ ਸਤ ਸੰਗੀਆਂ ਲਈ ਵਰਤੇ। ਜਿਵੇਂ ਇੱਕ ਸਹੇਲੀ, ਇੱਕ ਸਖੀ ਦੂਜੀ ਸਖੀ ਨੂੰ ਕੋਈ ਸਲਾਹ ਪੁੱਛੇ, ਕੋਈ ਮਸ਼ਵਰਾ ਪੁੱਛੇ, ਕੋਈ ਗੱਲ ਪੁੱਛੇ ਤਾਂ ਉਹਨੂੰ ਸੰਬੋਧਨ ਕਰਕੇ ਹੇ ਸਖੀ, ਹੇ ਭੈਣੇ, ਹੇ ਸਹੇਲੀਏ, ਇਸ ਤਰ੍ਹਾਂ ਕਰਕੇ ਉਹ ਗੱਲ ਆਰੰਭ ਕਰਦੀ ਹੈ। ਮਹਾਰਾਜ ਨੇ ਵੀ ਕੁਝ ਇਸੇ ਲਹਿਜੇ ਵਿੱਚ ਜਿਹੜਾ ਹੈ ਉਹ ਬਾਣੀ ਦੇ ਅੰਦਰ ਬਹੁਤਾਤ ਇਹ ਸ਼ਬਦ ਵਰਤੇ। ਪਰ ਕਿਉਂਕਿ ਮਰਾਠੀ ਭਾਸ਼ਾ ਵਿੱਚ ਸਖੀ ਜਾਂ ਸਹੇਲੀ ਸ਼ਬਦ ਨਹੀਂ ਵਰਤਿਆ ਜਾਂਦਾ, ਇਹ ਸਾਡੇ ਇੱਧਰ ਪੰਜਾਬੀ ਵੱਲ ਵਰਤਿਆ ਜਾਂਦਾ ਹੈ, ਤਾਂ 22 ਸ਼ਬਦ ਵਰਤੇ। ਅਰੀ 22, ਆਪਾਂ ਹੇ ਕਵਾਂਗੇ ਉਹ ਅਰੀ ਕਹਿਣਗੇ, ਅਰੀ। ਪੂਰੇ ਯੂਪੀ ਵੱਲ ਨੂੰ ਆ ਜੇ ਤਾਂ ਰੀ ਕਹਿਣਗੇ ਜਾਂ ਰੇ। ਤੋ ਇਹ ਸ਼ਬਦਾਂ ਦਾ ਸੰਬੋਧਨ ਸ਼ਬਦ ਜਿਹੜਾ ਹੈ ਬਾਰ-ਬਾਰ ਭਾਸ਼ਾ ਦੇ ਮੁਤਾਬਕ ਇਹ ਬਦਲ ਜਾਂਦਾ। ਅਰੀ ਬਾਈ, ਹੇ ਭੈਣੇ ਮੈਨੂੰ ਇਹ ਅਸੀਸ ਦੇ, ਮੈਨੂੰ ਐਸਾ ਉਪਦੇਸ਼ ਦੇ, ਐਸੀ ਮੱਤ ਦੇ, ਗੋਬਿੰਦ ਨਾਮ ਮਤ ਬੀਸਰੈ। ਮੈਨੂੰ ਸ੍ਰਿਸ਼ਟੀ ਦੇ ਸਿਰਜਣਹਾਰ ਪਰਮੇਸ਼ਰ ਦਾ ਨਾਂ ਕਦੇ ਨਾ ਭੁੱਲੇ। ਸੋਹਿਲਾ ਸਾਹਿਬ ਦੀ ਬਾਣੀ ਆਪਾਂ ਪੜ੍ਹਦੇ ਹਾਂ, ਜਿਸ ਵਿੱਚ ਗੁਰੂ ਦੇਵ ਆਖਦੇ ਹਨ, ਦੇਹੁ ਸੱਜਣ ਅਸੀਸੜੀਆਂ ਜਿਉ ਹੋਵੈ ਸਾਹਿਬ ਸਿਉ ਮੇੜ। ਹਾਲਾਂਕਿ ਅਸੀਂ ਇਹ ਪੰਕਤੀਆਂ ਕਈ ਵਾਰ ਸੋਚ ਰੱਖਦੇ ਹਾਂ ਵੀ ਕੋਈ ਵਿਅਕਤੀ ਜਦੋਂ ਚਲਾਣਾ ਕਰ ਜਾਂਦਾ ਹੈ ਤੇ ਉਸ ਦੇ ਮੁਤਲਕ ਹੈ, ਉਸ ਦੇ ਸੰਬੰਧ ਵਿੱਚ ਹੈ। ਪਰ ਜਦੋਂ ਅਸੀਂ ਮੁਕੰਮਲ ਸ਼ਬਦ ਨੂੰ ਪੜ੍ਹਾਂਗੇ, ਜੈ ਘਰ ਕੀਰਤ ਆਖੀਐ ਕਰਤੇ ਕਾ ਹੋਏ ਵਿਚਾਰੋ, ਤਿਤ ਘਰ ਗਾਵੋ ਸੋਹਿਲਾ ਸਿਮਰਿਹੁ ਸਿਰਜਣਹਾਰੋ। ਤੁਮ ਗਾਵੋ ਮੇਰੀ ਨਿਰਭਉ ਕਾ ਸੋਹਿਲਾ, ਹਉ ਵਾਰੀ ਜਿਤ ਸੋਹਿਲੈ ਸਦਾ ਸੁਖ ਹੋਏ ਰਹਾਓ। ਨਿਤ ਨਿਤ ਜੀੜੇ ਸੰਭਾਲੀਅਨ, ਦੀਖੈਗਾ ਦੇਵਨਹਾਰ ਤੇਰੇ ਦਾਨੈ ਕੀਮਤ ਨਾ ਪਵੈ, ਤਿਸ ਦਾਤੇ ਕਵਣ ਸੁਮਾਰ। ਸਾਰੀ ਗੱਲ ਜੈ ਘਰ ਦਾ ਭਾਵ ਹੈ ਸਤ ਸੰਗਤ। ਵੀ ਜਿਸ ਘਰ ਵਿੱਚ ਬਹਿ ਕੇ, ਜਿਸ ਸਤ ਸੰਗੀ ਮਾਹੌਲ ਇਨਵਾਇਰਮੈਂਟ ਵਿੱਚ ਬੈਠ ਕੇ, ਸਤ ਸੰਗੀ ਸਹੇਲੀਆਂ ਦੇ ਕੋਲ ਰਹਿ ਕੇ ਹੇ ਵਾਹਿਗੁਰੂ ਤੇਰੀ ਕੀਰਤੀ ਗਾਈ ਜਾਂਦੀ ਹੈ, ਤੇਰੀ ਸਿਫਤ ਕੀਤੀ ਜਾਂਦੀ ਹੈ। ਫਿਰ ਅੱਗੇ ਆਖਦੇ ਨੇ, ਸੰਬਤ ਸਾਹਾ ਲਿਖਿਆ ਮੇਲ ਕਰ ਪਾਵੋ ਤੇਲ। ਸਾਡੇ ਕਲਚਰ ਵਿੱਚ ਕੀ ਹੁੰਦਾ ਸੀ ਹੁਣ, ਸ਼ਬਦ ਗੁਰੂ ਨਾਨਕ ਮਹਾਰਾਜ ਦਾ ਤੇ ਸਤਿਗੁਰੂ ਬਿਲਕੁਲ ਐਨ ਧੁਰ ਪੰਜਾਬ ਦੀ ਜਿਹੜੀ ਹੈ ਉਹ ਬਿਲਕੁਲ ਸੈਂਟਰ ਦੇ ਵਿੱਚ ਜਿਹੜੀ ਭਾਸ਼ਾ, ਜਿਹੜੀਆਂ ਰਵਾਇਤਾਂ, ਜਿਹੜੇ ਰਿਵਾਜ਼ ਪ੍ਰਚਲਿਤ ਸਨ, ਜਿਸ ਨੂੰ ਆਪਾਂ ਪੰਜਾਬੀ 'ਚ ਕਹਿੰਦੇ ਮਾਈਏ ਪਾਉਣਾ। ਕਿਸੇ ਬੱਚੀ ਦਾ ਰਿਸ਼ਤਾ ਤੈਅ ਹੋ ਗਿਆ, ਵਿਆਹ ਦਾ ਦਿਨ ਮੁਕਰਰ ਹੋ ਗਿਆ, ਤਾਂ ਉਸ ਨੂੰ ਕਿਹਾ ਜਾਂਦਾ ਸੀ ਸਾਹੇ ਵੱਜਣਾ।
ਉਸ ਦੀ ਫਿਰ ਇਹਤਿਆਤ ਵਰਤੀ ਜਾਂਦੀ ਸੀ, ਬੜੀ ਸੁਰੱਖਿਆ ਵਰਤੀ ਜਾਂਦੀ ਸੀ ਵੀ ਬਿਮਾਰ ਨਾ ਹੋਵੇ, ਸੱਟ ਫੇਟ ਨਾ ਲੱਗੇ। ਵਕਤ ਪੁਰਾਣੇ ਸਨ, ਉਸ ਨੂੰ ਘਰ ਤੋਂ ਬਾਹਰ ਨਹੀਂ ਸੀ ਜਾਣ ਦਿੱਤਾ ਜਾਂਦਾ। ਇਹ ਸਾਰੇ ਸੁਰੱਖਿਆ ਕਾਰਜ ਸਨ, ਕਿਉਂਕਿ ਉਹਦੇ ਸਿਰ ਦੇ ਉੱਤੇ ਹੀ ਸਾਰੇ ਵਿਆਹ ਦੇ ਕਾਰਜ ਹੋਣੇ ਨੇ, ਲੜਕੇ ਤੇ ਲੜਕੀ ਦੇ। ਤੇ ਉਹਨਾਂ ਸਮਿਆਂ ਦੇ ਵਿੱਚ ਜੇ ਕੋਈ ਦੁਰਘਟਨਾ ਵਾਪਰ ਗਈ ਤਾਂ ਸਾਰੇ ਵਿਆਹ ਦਾ ਕਾਰਜ ਜਿਹੜਾ ਹੈ ਉਹ ਉਸੇ ਤਰ੍ਹਾਂ ਹੀ ਧਰਿਆ ਧਰਾਇਆ ਰਹਿ ਜਾਏ। ਤੁਹਾਨੂੰ ਜਦੋਂ ਦਿਨ ਮੁਕਰਰ ਹੋ ਗਿਆ, ਸਮਝੋ ਸਾਹਾ ਵੱਜ ਗਿਆ। ਉਹਨੂੰ ਕਹਿੰਦੇ ਸਨ ਸਾਹੇ ਵੱਜਾ। ਤੇ ਸਾਹੇ ਵੱਜਿਆਂ ਹੋਇਆਂ ਨੂੰ ਫਿਰ ਮਾਈਏ ਪਾਇਆ ਜਾਂਦਾ ਸੀ, ਉਸ ਦੇ ਕੇਸਾਂ ਵਿੱਚ ਤੇਲ ਲਾਇਆ ਜਾਂਦਾ ਸੀ, ਵਟਣਾ ਮਲਿਆ ਜਾਂਦਾ ਸੀ। ਉਸ ਦੀ ਸਰੀਰ ਦੀ ਖੂਬਸੂਰਤੀ ਲਈ, ਸਰੀਰ ਦੀ ਤੰਦਰੁਸਤੀ ਲਈ, ਉਸ ਦੇ ਸਰੀਰ ਦੀ ਸੁਚੇਤਤਾ ਲਈ ਉਸ ਰਸਮ ਨੂੰ ਮਾਈਆਂ ਪਾਉਣਾ ਕਹਿੰਦੇ ਸਨ। ਸੰਬਤ ਸਾਹਾ ਲਿਖਿਆ ਮਿਲ ਕਰ ਪਾਵਹੁ ਤੇਲ, ਦੇਹੋ ਸੱਜਣ ਅਸੀਸੜੀਆਂ ਜਿਉ ਹੋਵੈ ਸਾਹਿਬ ਸੋ ਮੇਲ। ਤੇ ਫਿਰ ਉਸ ਵੇਲੇ ਬੀਬੀਆਂ ਜਿਹੜੀਆਂ ਸਨ ਉਹ ਸ਼ਗਨਾਂ ਦੇ ਗੀਤ ਗਾਉਂਦੀਆਂ ਸਨ। ਯਾਦ ਰੱਖੇ, ਘੋੜੀਆਂ ਜਿਹੜੀਆਂ ਸਨ ਉਹ ਲੜਕੇ ਵਾਲੇ ਘਰੇ ਗਾਈਆਂ ਜਾਂਦੀਆਂ। ਮੰਗਲ ਤੇ ਛੰਤ ਜਿਹੜੇ ਨੇ ਉਹ ਲੜਕੀ ਵਾਲੇ ਘਰ ਗਾਏ ਜਾਂਦੇ ਨੇ। ਸ਼ਗਨ ਦੇ ਗੀਤ, ਉਹ ਫਿਰ ਸ਼ਗਨ ਦੇ ਗੀਤ ਗਾਉਂਦੀਆਂ ਸਨ, ਜਿਨ੍ਹਾਂ ਵਿੱਚ ਦੋ ਤਰ੍ਹਾਂ ਦੇ ਭਾਵ ਹੁੰਦੇ ਸਨ। ਇੱਕ ਤਾਂ ਵਿਛੋੜੇ ਦਾ ਭਾਵ ਵੀ ਇਸ ਧੀ ਨੇ ਸਾਡੇ ਤੋਂ ਵਿਛੜ ਜਾਣਾ ਹੈ, ਸਖੀ ਨੇ, ਸਹੇਲੀ ਨੇ ਸਹੁਰੇ ਘਰ ਚਲੇ ਜਾਣਾ ਹੈ, ਤੇ ਸਾਡਾ ਇਹ ਇਕੱਠ, ਸਾਡਾ ਇਹ ਮੇਲ ਮਿਲਾਪ ਫਿਰ ਇਹੋ ਜਿਹਾ ਨਹੀਂ ਰਹਿਣਾ। ਤੇ ਦੂਜਾ ਉਹਦੇ ਵਿੱਚ ਅਸੀਸਾਂ ਤੇ ਖੁਸ਼ੀਆਂ ਦੀਆਂ ਗੱਲਾਂ ਹੁੰਦੀਆਂ ਸਨ, ਖੁਸ਼ੀ ਦਾ ਪ੍ਰਗਟਾਵਾ ਵੀ ਹੁੰਦਾ ਸੀ। ਤੇ ਉਹਦੇ ਵਿੱਚ ਅਸੀਸਾਂ ਵੀ ਉਹਨੂੰ ਦਿੱਤੀਆਂ ਜਾਂਦੀਆਂ ਸਨ ਵੀ ਤੇਰਾ ਪਰਿਵਾਰ ਜਿਹੜਾ ਹੈ ਉਹ ਖੁਸ਼ੀ ਸੁਖੀ ਵਸੇ, ਤੂੰ ਲੰਮੀ ਉਮਰ ਮਾਣੇ, ਤੂੰ ਸੁਹਾਗਣ ਰਹੇ, ਤੇਰੀ ਆਪਣੇ ਸਹੁਰੇ ਪਰਿਵਾਰ ਵਿੱਚ ਬਣ। ਇਹੋ ਜਿਹੀਆਂ ਅਸੀਸਾਂ, ਕਾਮਨਾਵਾਂ ਜਿਹੜੀਆਂ ਸਨ ਉਹਦੇ ਵਿੱਚ, ਉਹਨਾਂ ਗੀਤਾਂ ਦੇ ਵਿੱਚ ਪ੍ਰਗਟ ਕੀਤੀਆਂ ਜਾਂਦੀਆਂ ਸਨ। ਸਾਹਿਬ ਸਤਿਗੁਰੂ ਮਹਾਰਾਜ ਨੇ ਉਹ ਉਦਾਹਰਣ ਦਿੱਤੀ ਹੈ, ਦੇਹੋ ਸੱਜਣ ਅਸੀਸੜੀਆਂ ਜਿਉ ਹੋਵੈ ਸਾਹਿਬ ਸੋ ਮੇਲ। ਸਤ ਸੰਗਤ ਵਿੱਚ ਆਉਣਾ, ਸਮਝੋ ਪਰਮੇਸ਼ਰ ਦੇ ਮਿਲਾਪ ਲਈ ਅਸੀਂ ਆ ਗਏ, ਇੱਥੋਂ ਅਸੀਂ ਸਾਹੇ ਵੱਜ ਗਏ। ਫਿਰ ਸਾਡਾ ਸਮਾਂ ਕੀ ਮੁਕਰਰ ਹੈ, ਜਿਸ ਵੇਲੇ ਸਾਡੀ ਸੁਰਤ ਪਵਿੱਤਰ ਹੋ ਗਈ, ਸਮਝੋ ਅਸੀਂ ਪਰਮੇਸ਼ਰ ਦੇ ਨਾਲ ਮਿਲ ਗਏ। ਤੇ ਇਹਦੇ ਵਿੱਚ ਮਿਲ ਕਰ ਪਾਵੋ ਤੇਲ, ਮਾਈਏ ਪਾਉਣਾ ਕੀ ਹੈ, ਸਾਡੀ ਸੁਰਤ ਨੂੰ ਉਜਲਿਆਂ ਕਰਨਾ ਗੁਰੂ ਸ਼ਬਦ ਨਾਲ, ਸਤ ਸੰਗਤ ਦੇ ਆਸਰੇ ਨਾਲ ਮਨ ਦੀ ਸੁਰਤ ਦੀ ਤਿਆਰੀ ਕਰਨੀ। ਤੇ ਅਸੀਸਾਂ ਕੀ ਨੇ, ਸਤ ਸੰਗੀਆਂ ਦੀਆਂ ਅਰਦਾਸਾਂ, ਉਹਨਾਂ ਦੀ ਸਾਡੇ ਲਈ ਚੰਗੀ ਕਾਮਨਾ, ਇਹ ਉਹਨਾਂ ਦੀ ਅਸੀਸ ਹੈ। ਦੇਹੋ ਸੱਜਣ ਅਸੀਸੜੀਆਂ ਜੋ ਹੋਵੈ ਸਾਹਿਬ ਸਿਉ ਮੇਲ। ਸਤਿਗੁਰੂ ਗੁਰੂ ਗਰੀਬ ਨਵਾਜ ਮਹਾਰਾਜ ਨੇ ਇਸ ਤਰ੍ਹਾਂ ਦੇ ਬਹੁਤ ਸਾਰੇ ਸ਼ਬਦ ਬਾਣੀ ਦੇ ਵਿੱਚ ਵਰਤੇ ਨੇ। ਇੱਕ ਥਾਂ ਤੇ ਇੱਕ ਸਖੀ ਸਹੇਲੀ ਦੇ ਰੂਪ ਵਿੱਚ ਇੱਕ ਪ੍ਰਸ਼ਨ ਉਠਾਇਆ, ਲਾਲਨ ਰਾਵਿਆ ਕਵਨ ਗਤੀਰੀ, ਸਖੀ ਬਤਾਵੋ ਮੁਝੈ ਮਤੀਰੀ, ਸੂਹਬ ਸੂਹਬ ਸੂਹਵੀ ਆਪਣੇ ਪ੍ਰੀਤਮ ਕਹਿ ਹੋਂ ਰੰਗ ਰਤੀ ਰਹਾਓ, ਪਾਵ ਮਲੋਵੋਂ ਸੰਗ ਨੈਣ ਭਤੀਰੀ, ਜਹਾਂ ਪਠਾਵੋ ਜਾਉ ਤਤੀਰੀ। ਇਹ ਸਾਰੇ ਪ੍ਰਸ਼ਨ ਨੇ ਵੀ ਮੈਂ ਤੇਰੀ ਸੇਵਾ ਕਰਾਂ, ਮੈਂ ਤੇਰੀ ਘਾਲਣਾ ਘਾਲਾਂ, ਮੈਂ ਆਪਣੀਆਂ ਅੱਖਾਂ ਦੇ ਕੋਏ ਨਾਲ ਤੇਰੇ ਕਦਮ ਧੋ ਦਿਆਂ, ਤੂੰ ਮੈਨੂੰ ਇਹ ਦੱਸ ਵੀ ਆਪਣੇ ਪਤੀ ਨਾਲ, ਖਸਮ ਨਾਲ ਕਿਵੇਂ ਬਾਣਾ ਹੈ। ਫਿਰ ਅਖੀਰ ਤੇ ਜਵਾਬ ਦਰਜ ਕੀਤਾ ਹੈ, ਮਾਣ ਤਾਣ ਅਹੰ ਬੁੱਧ ਹਤੀਰੀ, ਸਾ ਨਾਨਕ ਸੁਹਾਗ ਵਤੀਰੀ। ਹੁਣ ਤੁਸੀਂ ਵੇਖੋ ਨਾ, ਜਿਹੜਾ ਸ਼ਿੰਗਾਰ ਹੈ ਸਰੀਰ ਦਾ, ਇਹ ਤਾਂ ਦੁਨੀਆ ਦੀ ਕਿਸੇ ਵੀ ਦੁਕਾਨ ਤੋਂ ਜਾ ਕੇ ਆਪਾਂ ਖਰੀਦ ਕੇ ਲਿਆ ਸਕਦੇ ਹਾਂ। ਤੇ ਇਹ ਸ਼ਿੰਗਾਰ ਬਾਹਰੀ ਹੈ ਤੇ ਕਿਸੇ ਨੂੰ ਵੀ ਪੁੱਛਿਆ ਜਾ ਸਕਦਾ ਵੀ ਇਹ ਕਿਵੇਂ ਕੀਤਾ ਜਾਏ। ਪਰ ਜਿਹੜਾ ਗੁਣਾਂ ਦਾ ਜੀਵਨ ਉੱਤੇ ਸ਼ਿੰਗਾਰ ਹੈ, ਇਹ ਵਿਰਲਿਆਂ ਨੂੰ, ਕਿਉਂਕਿ ਇਹਦੀ ਕੋਈ ਦੁਕਾਨ ਨਹੀਂ ਨਾ ਬੰਦਾ ਜਾਵੇ ਤੇ ਉੱਥੋਂ ਗੁਣ ਲੈ ਆਵੇ। ਹੁਣ ਕਿਸੇ ਦਾ ਕੋਈ ਰਿਲੇਸ਼ਨ ਡਿਸਟਰਬ ਹੋਵੇ, ਮੰਨ ਲਓ ਪਤੀ ਪਤਨੀ ਦਾ ਰਿਲੇਸ਼ਨ, ਰਿਸ਼ਤਾ ਜਿਹੜਾ ਉਹ ਡਿਸਟਰਬ ਹੈ, ਉਹਨਾਂ ਦੀ ਆਪਸ ਵਿੱਚ ਸੂਝ ਸਮਝ ਨਹੀਂ ਰਲਦੀ, ਤਾਲਮੇਲ ਨਹੀਂ, ਉੱਥੇ ਹੁਣ ਕਿਸ ਦੁਕਾਨ ਤੋਂ ਜਾ ਕੇ ਗੁਣ ਖਰੀਦੇ ਜਾ ਸਕਦੇ ਨੇ। ਸ਼ਿੰਗਾਰ ਤੇ ਖਰੀਦਿਆ ਜਾ ਸਕਦਾ ਚਮੜੀ ਵਾਸਤੇ, ਸਰੀਰ ਵਾਸਤੇ, ਪਰ ਕੀ ਉਹ ਗੁਣ ਵੀ ਖਰੀਦੇ ਜਾ ਸਕਦੇ ਨੇ? ਨਹੀਂ, ਉਹ ਗੁਣ ਜੀਵੇ ਜਾ ਸਕਦੇ। ਪਹਿਲੀ ਹੈ ਸ਼ਰਤ, ਪਹਿਲਾ ਪੜਾਅ ਹੈ ਉਹਨਾਂ ਗੁਣਾਂ ਦੀ ਸਮਝ ਵੀ ਰਿਸ਼ਤੇ ਲਈ ਕਿਹੜੇ ਗੁਣਾਂ ਦੀ ਜ਼ਰੂਰਤ ਹੈ।
ਤੇ ਦੂਜੀ ਹੈ ਸਮਝ ਤੋਂ ਬਾਅਦ ਉਹਨਾਂ ਗੁਣਾਂ ਨੂੰ ਜੀਣਾ। ਅਭਿਆਸ ਵਿੱਚ ਵੀ ਹੋਣ ਉਹ ਗੱਲਾਂ, ਇਕੱਲਾ ਇਹ ਥੋੜ੍ਹੀ ਹੈ ਵੀ ਬੰਦੇ ਨੂੰ ਇਹ ਪਤਾ ਹੋ ਵੀ ਮੈਂ ਮਿੱਠਾ ਬੋਲਣਾ ਫੇਰ ਹੀ ਮੇਰੇ ਘਰੇ ਸੁੱਖ ਸ਼ਾਂਤੀ ਰਹਿਣੀ ਹੈ। ਤੇ ਬੰਦਾ ਇਹ ਗੱਲ ਪੜ੍ਹ ਲਵੇ ਕਿਤਿਓਂ ਜਾਂ ਸੁਣ ਲਵੇ ਤੇ ਘਰੇ ਜਾ ਕੇ ਫਿਰ ਅੱਗ ਬੁਗੜਾ ਹੀ ਹੁੰਦਾ ਰਹੇ। ਜੇ ਉਹਨੂੰ ਕਮਾਇਆ ਨਹੀਂ ਤੇ ਉਹ ਗੁਣ ਕਿਸੇ ਕੰਮ ਦਾ ਵੀ, ਉਹਦੀ ਸਮਝ ਕੀ ਕਰੇਗੀ? ਸਮਝੋ ਫਿਰ ਤਾਂ ਸਮਝ ਆਇਆ ਹੀ ਨਹੀਂ। ਤੋ ਕੀ ਛੱਡਣਾ ਹੈ? ਮਾਣ, ਗਰੂਰ, ਕਿਸੇ ਵੀ ਚੀਜ਼ ਦਾ ਜੋ ਸਾਨੂੰ ਈਗੋ ਹੁੰਦੀ ਹੈ। ਜਦੋਂ ਆਪਾਂ ਇਹ ਸਮਝਣ ਲੱਗ ਜਾਂਦੇ ਮੈਂ ਤੇਰੇ ਨਾਲੋਂ ਚੰਗਾ, ਮੈਂ ਤੇਰੇ ਨਾਲੋਂ, ਇਹਦਾ ਮਤਲਬ ਹੈ ਕੋਈ ਚੀਜ਼ ਹੈ ਜਿਹੜੀ ਸਾਨੂੰ ਅੰਦਰੋਂ ਤਕਲੀਫ ਦਿੰਦੀ ਹੈ, ਵੀ ਹਉਮੈ ਦੀ ਪਾਣ ਚਾੜਦੀ ਹੈ ਵੀ ਮੈਂ ਕੁਝ ਹਾਂ। ਤੇ ਦੂਜਾ ਵੀ ਅੱਗੋਂ ਇਸੇ ਹੀ ਮਰਜ਼ ਦਾ ਸ਼ਿਕਾਰ ਹੈ, ਇਸੇ ਹੀ ਰੋਗ ਦਾ ਸ਼ਿਕਾਰ ਹੈ। ਮਾਣ ਤਾਣ, ਤਾਣ ਦਾ ਮਤਲਬ ਆਪਣੀ ਤਾਕਤ ਦਾ, ਆਪਣੀ ਬਲ ਦਾ ਪ੍ਰਗਟਾਵਾ, ਮੈਂ ਕੁਝ ਹਾਂ। ਜਿੱਥੇ ਸਾਨੂੰ ਪਤਾ ਲੱਗੇ ਅਗਲਾ ਕਮਜ਼ੋਰ ਪੈਂਦਾ ਹੈ, ਅਸੀਂ ਉੱਥੇ ਤਾਕਤ ਵਿਖਾਉਂਦੇ। ਮਾਣ ਤਾਣ ਅਹੰ ਬੁੱਧ, ਤੇ ਆਪਣੀ ਸੁਰਤ ਵਿੱਚ ਜਿਹੜੀ ਈਗੋ ਹਉਮੈ ਹੈ, ਜਿੰਨਾ ਚਿਰ ਇਹ ਨਹੀਂ ਛੱਡੀ ਜਾਂਦੀ, ਜਿਹੜੀਆਂ ਜੀਵ ਇਸਤਰੀਆਂ ਇਹ ਛੱਡ ਦਿੰਦੀਆਂ ਨੇ, ਸਾ ਨਾਨਕ ਸੁਹਾਗਵਤੀ, ਉਹ ਪਰਮੇਸ਼ਰ ਵਾਲੀਆਂ ਹੋ ਜਾਂਦੀਆਂ। ਇਵੇਂ ਸੰਵਾਦਕ ਸ਼ਬਦ ਨੇ ਗੁਰੂ ਗ੍ਰੰਥ ਸਾਹਿਬ 'ਚ। ਤੋ ਇੱਥੇ ਪ੍ਰਸ਼ਨ ਹੈ, ਅਰੀ ਬਾਈ ਗੋਬਿੰਦ ਨਾਮ ਮਤ ਬੀਸਰੈ, ਹੇ ਮੇਰੀ ਇਹ ਭੈਣੇ ਮੈਨੂੰ ਐਸਾ ਉਪਦੇਸ਼, ਐਸੀ ਮਤ, ਐਸੀ ਕਾਮਨਾ ਮੇਰੇ ਲਈ ਕਰ ਕਿ ਮੈਨੂੰ ਗੋਬਿੰਦ ਦਾ ਨਾਮ ਕਦੇ ਭੁੱਲੇ ਨਾ। ਹੁਣ ਬਾਕੀ ਸਾਰਾ ਸ਼ਬਦ ਹੈ, ਜੇ ਤਾਂ ਲਫਾਜ਼ੀ ਬਣਤਰ ਵੱਲ ਜਾਏ, ਜਿਹਨੂੰ ਅਸੀਂ ਕਹਿੰਦੇ ਲਫ਼ਜ਼ੀ ਬਣਤਰ, ਸ਼ਬਦ ਦੀ ਇੱਕ ਹੁੰਦੀ ਹੈ ਲਫ਼ਜ਼ੀ ਬਣਤਰ, ਉਹਨੂੰ ਅਸੀਂ ਕਹਿੰਦੇ ਲਫ਼ਜ਼ੀ ਅਰਥ, ਦੂਜਾ ਹੁੰਦੇ ਨੇ ਭਾਵ ਅਰਥ। ਭਗਤ ਤ੍ਰਿਲੋਚਨ ਜੀ ਭਾਰਤ ਦੇ ਵਿੱਚ ਗੁਰਮਤਿ ਇਸ ਗੱਲ ਨੂੰ ਨਹੀਂ ਮੰਨਦੀ, ਨਾ ਭਗਤ ਸਾਹਿਬਾਨ ਮੰਨਦੇ ਨੇ, ਪਰ ਜਨਮ ਕਰਕੇ ਉਹ ਇੱਕ ਐਸੀ ਬਰਾਦਰੀ 'ਚ ਪੈਦਾ ਹੋਏ ਜਿਹਨੂੰ ਬ੍ਰਾਹਮਣ ਜਾਤੀ ਕਿਹਾ ਜਾਂਦਾ। ਉਹਨਾਂ ਨੇ ਉਹਨਾਂ ਲੋਕਾਂ ਨੂੰ ਸਮਝਾਉਣ ਲਈ ਉਦਾਹਰਨਾਂ ਵੀ ਉਹੋ ਜਿਹੀਆਂ ਹੀ ਦਿੱਤੀਆਂ ਨੇ। ਜੇ ਮੈਂ ਇੱਕ ਉਦਾਹਰਣ ਦੇਣਾ, ਸਤਿਗੁਰੂ ਗੁਰੂ ਨਾਨਕ ਸਾਹਿਬ ਕਹਿੰਦੇ ਨੇ, ਨਾਨਕ ਆਖੈ ਰੇ ਮਨਾ ਸੁਣੀਐ ਸਿੱਖ ਸਹੀ, ਲੇਖਾ ਰੱਬ ਮੰਗੇਸੀਆ ਬੈਠਾ ਕੱਢ ਵਹੀ, ਤਲਬਾਂ ਪੌਸਨ ਆਕੀਆਂ ਬਾਕੀ ਜਿਨਾ ਰਹੀ, ਅਜ਼ਰਾਇਲ ਫਰੇਸ਼ਤਾ ਹੋਸੀ ਆਏ ਥਈ। ਅਜ਼ਰਾਇਲ, ਹਜ਼ਰਤ ਅਜ਼ਰਾਇਲ ਅਲਾਹੂ ਅਨਹੂ, ਇੱਕ ਐਸਾ ਫਰਿਸ਼ਤਾ ਜਿਹੜਾ ਮੌਤ ਦਾ ਫਰਿਸ਼ਤਾ ਹੈ। ਮੌਤ ਇਹ ਵੰਡਦਾ ਹੈ ਅੱਲਾਹ ਤਾਲਾ ਦੇ ਹੁਕਮ ਨਾਲ। ਪਰ ਗੁਰੂ ਨਾਨਕ ਸਾਹਿਬ ਜੀ ਦੀ ਬਾਣੀ ਤਾਂ ਕਹਿੰਦੀ ਹੈ ਵੀ ਹੁਕਮ ਸਭ ਤੋਂ ਵੱਡਾ ਹੈ। ਕੋਈ ਫਰਿਸ਼ਤਿਆਂ ਦੀ, ਕੋਈ ਦੇਵਤਿਆਂ ਦੀ, ਉਹਦੇ ਦਰ ਤੇ ਉਹਨੂੰ ਕੋਈ ਕਰਿੰਦਿਆਂ ਦੀ ਜ਼ਰੂਰਤ ਥੋੜ੍ਹਾ ਹੈ ਵੀ ਉਹ ਕੋਈ ਕਿਸੇ ਮੁਲਕ ਦਾ ਰਾਸ਼ਟਰਪਤੀ ਹੈ ਜਾਂ ਪ੍ਰਧਾਨ ਸੇਵਕ ਹੈ ਤੇ ਉਹਨੂੰ ਅੱਗੇ ਵਿਭਾਗ ਰੱਖਣੇ ਪੈਣ ਵੀ ਫੌਜ ਇੱਕ ਨੂੰ ਦੇ ਦਿਓ, ਕਰੰਸੀ ਇੱਕ ਨੂੰ ਦੇ ਦਿਓ, ਕਿਸਾਨੀ ਦਾ ਮਹਿਕਮਾ ਇੱਕ ਨੂੰ ਦੇ ਦਿਓ। ਇਸ ਤਰ੍ਹਾਂ ਥੋੜ੍ਹੀ ਹੈ ਕਿ ਉਹਨੇ ਮੀਂਹ ਦਾ ਮਹਿਕਮਾ ਕਿਸੇ ਨੂੰ ਦਿੱਤਾ ਹੈ, ਧੁੱਪ ਦਾ ਕਿਸੇ ਨੂੰ ਦਿੱਤਾ ਹੈ, ਵੀ ਆਪ ਉਹ ਆਰਾਮ ਨਾਲ ਸੁੱਤਾ ਹੈ। ਜਪਜੀ ਸਾਹਿਬ ਮਹਾਰਾਜ ਦੀ ਪਾਵਨ ਬਾਣੀ ਵਿੱਚ ਹੀ ਕਿਹਾ, ਹੁਕਮੀ ਹੁਕਮ ਚਲਾਏ ਰਾਹ ਨਾਨਕ ਵਿਗਸੈ ਵੇਖ। ਹੁਕਮ ਹੀ ਉਹਦਾ ਚਾਰ ਛਫੇਰੇ ਜਿਉਂ ਦਾ ਤਿਉਂ ਮੁੱਢ ਕਦੀਮ ਤੋਂ ਵਰਤੇ, ਜਿਸ ਨੂੰ ਹਜ਼ੂਰ ਨੇ ਕਿਹਾ ਨਾਨਕ ਲਿਖਿਆ ਨਾਲ। ਇਸ ਲਈ ਉਹਨੂੰ ਕਿਸੇ ਕਰਿੰਦੇ ਫਰਿਸ਼ਤੇ ਦੀ ਲੋੜ ਨਹੀਂ। ਪਰ ਮਹਾਰਾਜ ਨੇ ਇਹ ਸ਼ਬਦਾਵਲੀ ਕਿਉਂ ਵਰਤੀ? ਕਿਉਂਕਿ ਜਿਨ੍ਹਾਂ ਲੋਕਾਂ ਨੂੰ ਸਮਝਾਇਆ ਜਾਣਾ ਹੈ ਉਹਨਾਂ ਨੂੰ ਇਸ ਭਾਸ਼ਾ ਵਿੱਚ ਹੀ ਉੱਤਰ ਦਿੱਤਾ ਜਾਣਾ ਸੀ, ਇਸ ਭਾਸ਼ਾ ਵਿੱਚ ਹੀ ਉਹਨਾਂ ਦੀਆਂ ਉਦਾਹਰਨਾਂ ਨੂੰ ਵਰਤਿਆ ਜਾਣਾ। ਸੋ ਇੱਕ ਤਾਂ ਪ੍ਰੋਫੈਸਰ ਸਾਹਿਬ ਸਿੰਘ ਲਿਖਦੇ ਨੇ ਵੀ ਉਦਾਹਰਨਾਂ ਜਿੰਨੀਆਂ ਵੀ ਨੇ ਸ਼ਬਦ ਦੀਆਂ, ਉਹ ਉਹਨਾਂ ਦੇ ਮਤ ਵਾਲੀਆਂ ਨੇ ਜਿਨ੍ਹਾਂ ਨੇ ਇਹ ਨਿਸ਼ਚਾ ਧਾਰਿਆ ਹੋਇਆ ਵੀ, ਜਿਨ੍ਹਾਂ ਦੇ ਖਿਆਲਾਤ ਨੇ ਪੁਰਾਣਕ ਕਥਾਵਾਂ ਦੇ ਵੀ ਅੰਤ ਵੇਲੇ ਬੰਦਾ ਜੇ ਆਹ ਚੇਤੇ ਕਰੇ ਤੇ ਇਸ ਜੂਨ 'ਚ ਪੈਂਦਾ, ਆਹ ਚੇਤੇ ਕਰੇ ਤੇ ਇਸ ਜੂਨ 'ਚ ਪੈਂਦਾ। ਹੁਣ ਇਸ ਗੱਲ ਦਾ ਕੋਈ ਇਲਮ ਨਹੀਂ ਵੀ ਜਿਸ ਨੇ ਇਹ ਗੱਲਾਂ ਲਿਖੀਆਂ ਜਾਂ ਪਹਿਲੋਂ ਪ੍ਰਚਾਰੀਆਂ ਨੇ ਵੀ ਜਿਹੜਾ ਬੰਦਾ ਆਖਰੀ ਸਮੇਂ ਆਹ ਚੇਤਾ ਕਰਿਓ ਇਸ ਜੂਨ 'ਚ ਜਾਂਦਾ, ਉਹਨੂੰ ਕਿਵੇਂ ਪਤਾ ਹੈ? ਉਸ ਨੂੰ ਇਸ ਗੱਲ ਦਾ ਕਿਵੇਂ ਇਲਮ ਹੈ, ਕਿਵੇਂ ਪਤਾ ਹੈ ਵੀ ਜੇ ਬੰਦਾ ਅੰਤ ਵੇਲੇ ਆਹ ਚੀਜ਼ ਚੇਤੇ ਵਿੱਚ ਰੱਖੇ ਤੇ ਇਸ ਜੂਨ 'ਚ ਜਾਏਗਾ? ਉਸ ਨੂੰ ਇੰਨਾ ਕਿਵੇਂ ਗਿਆਨ ਹੈ? ਉਸ ਨੂੰ ਇੰਨਾ ਕਿਵੇਂ ਪਤਾ ਹੈ? ਦੋ ਬਚਨ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੇ ਤੁਹਾਡੇ ਸਨਮੁਖ ਰੱਖਾਂਗਾ। ਹਜ਼ੂਰ ਕਹਿੰਦੇ ਨੇ, ਲੋਕਾਂ ਵਿੱਚ ਇਹ ਭਰਮ ਹੈ ਕਿ ਕਿਸੇ ਮ੍ਰਿਤਕ ਪ੍ਰਾਣੀ ਦੀਆਂ ਆਖਰੀ ਰਸਮਾਂ ਜਿਵੇਂ ਦੀਆਂ ਹੋਣ ਉਸ ਹਿਸਾਬ ਨਾਲ ਉਹ ਮੁਕਤ ਹੁੰਦਾ ਹੈ। ਇਸਲਾਮੀ ਮਤ ਵਾਲਿਆਂ ਦੇ ਆਪਣੇ ਖਿਆਲ ਨੇ, ਭਾਰਤੀ ਮਤ ਵਾਲਿਆਂ ਦੇ ਆਪਣੇ ਖਿਆਲ ਨੇ। ਕੋਈ ਸਰੀਰ ਨੂੰ ਸਾੜਨ ਦੀ ਵਕਾਲਤ ਕਰਦਾ ਹੈ, ਕੋਈ ਦੱਬਣ ਦੀ ਵਕਾਲਤ ਕਰਦਾ ਹੈ। ਇੱਕ ਹੋਰ ਵੀ ਹਨ ਪਾਰਸੀ ਲੋਕ। ਪਾਰਸੀ ਨਾ ਅੱਗ 'ਚ ਸਾੜਦੇ ਨੇ ਸਰੀਰ ਨੂੰ ਤੇ ਨਾ ਜ਼ਮੀਨ 'ਚ ਦੱਬਦੇ।
ਉਹਨੂੰ ਕਿਹਾ ਜਾਂਦਾ ਹੈ ਹੱਸਣੇ ਪਾਉਣਾ। ਇੱਕ ਖਾਸ ਥਾਂ ਹੈ, ਖੂਹ ਦੇ ਉੱਤੇ ਜਾ ਕੇ ਉਹ ਚਮੜੀ ਨੂੰ ਲਾਹ ਕੇ ਉਹਨਾਂ ਦੇ ਵੱਖਰੇ ਬੰਦੇ ਰੱਖੇ ਹੁੰਦੇ ਨੇ, ਉਹ ਉੱਥੇ ਗਿਰਜਾਂ ਹੋਰ ਐਸੇ ਜਿਹੜੇ ਜੀਵ ਨੇ ਉਹਨਾਂ ਦੇ ਖਾਣ ਵਾਸਤੇ ਸਰੀਰ ਰੱਖ ਦਿੰਦੇ ਨੇ। ਪਿੰਜਰ ਨੂੰ ਖੂਹ ਦੇ ਵਿੱਚ ਸੁੱਟ ਦਿੰਦੇ ਨੇ, ਕਲੀ ਆਦਿ ਕੈਮੀਕਲ ਪਾ ਦਿੰਦੇ ਨੇ, ਉੱਥੇ ਸੜ ਜਾਂਦੇ। ਉਹ ਅੱਗ ਵਿੱਚ ਨਹੀਂ ਸਾੜਦੇ ਕਿਉਂਕਿ ਉਹ ਅੱਗ ਦੇ ਪੂਜਕ ਨੇ। ਉਹਨੂੰ ਕਹਿੰਦੇ ਨੇ ਉਰਦੂ 'ਚ ਆਤਿਸ਼ ਪ੍ਰਸਤ, ਅੱਗ ਦੀ ਪੂਜਾ ਕਰਦੇ ਨੇ। ਇਸ ਕਰਕੇ ਅੱਗ ਨੂੰ ਪਵਿੱਤਰ ਸਮਝਦੇ ਨੇ, ਮੁਰਦਾ ਅੱਗ 'ਚ ਸਾੜਦੇ ਨੇ, ਦੱਬਦੇ ਉਹ ਹੈ ਨਹੀਂ। ਉਹਨੂੰ ਹੱਸਣੇ ਪਾਉਣਾ ਕਿਹਾ ਜਾਂਦਾ। ਮਹਾਰਾਜ ਨੇ ਸ਼ਬਦ ਵਰਤਿਆ, ਇੱਕ ਦੱਜਾਂ, ਇੱਕ ਸਾੜੀ ਦੇ ਨੇ, ਇੱਕ ਦੱਬੀਆਂ, ਇੱਕ ਦੱਬ ਦਿੱਤੇ ਜਾਂਦੇ ਨੇ ਜ਼ਮੀਨ ਦੋਜ਼, ਜਿਹਨੂੰ ਆਪਾਂ ਕਬਰਾਂ 'ਚ ਪਾਉਣਾ ਕਹਿੰਦੇ ਹਾਂ। ਇੱਕ ਨਾ ਕੁੱਤੇ ਖਾਂ ਹੈ, ਇੱਕ ਨਾ ਦੇ ਸਰੀਰ ਜੰਗਲੀ ਜਾਨਵਰ ਖਾ ਜਾਂਦੇ, ਇੱਕ ਪਾਣੀ ਵਿੱਚ ਉਹ ਸੱਟੀਆਂ। ਕੋਈ ਐਸੇ ਨੇ ਜਿਨ੍ਹਾਂ ਦੇ ਜਿਹੜੇ ਪਾਣੀਆਂ ਦੇ ਨਜ਼ਦੀਕ ਉਹ ਪਾਣੀ 'ਚ ਹੀ ਸਰੀਰ ਸੁੱਟ ਦਿੰਦੇ ਨੇ ਵੀ ਜੀਵ ਜੰਤੂ ਖਾ ਜਾਣਗੇ, ਗਲ ਸੜ ਕੇ ਵਿੱਚੇ ਖਤਮ ਹੋ ਜਾਏਗਾ। ਇੱਕ ਭੀ ਫਿਰ ਹਸਣ ਪਾ ਹੈ। ਪਰ ਹਜ਼ੂਰ ਨੇ ਨਿਰਣਾ ਕਰਦਿਆਂ ਕਿਹਾ ਵੀ ਨਾਨਕ ਏਵ ਨਾ ਜਾਪਈ ਕਿੱਥੇ ਜਾਏ ਸਮਾਏ। ਇਹ ਕੋਈ ਦਾਅਵਾ ਨਹੀਂ ਕਰ ਸਕਦਾ ਵੀ ਜੀਵ ਚਲਾ ਕਿੱਥੇ ਗਿਆ। ਹੁਣ ਜਪਜੀ ਸਾਹਿਬ ਦੇ ਵਾਕ ਪੜ੍ਹੋ। ਗਰੀਬ ਨਵਾਜ ਆਖਦੇ ਨੇ, ਕੱਚ ਪਕਾਈ ਉਥੈ ਪਾਏ ਨਾਨਕ ਗਿਆ ਜਾਪੈ ਜਾਏ, ਵੀ ਇਹ ਫੈਸਲਾ ਮੇਰੇ ਕਰਤੇ ਦਾ ਹੈ, ਕੋਈ ਇਹਦੇ ਬਾਰੇ ਦਾਅਵੇ ਨਹੀਂ ਬਣ ਸਕਦਾ। ਪਾਂਚ ਤਤ ਕੋ ਤਨ ਰਚਿਓ, ਜਾਨੋ ਚਤੁਰ ਸੁਜਾਨ, ਜਿਹਤੇ ਉਪਜਿਓ ਨਾਨਕਾ, ਲੀਨ ਤਾਹੇ ਮੈਂ ਮਾਨ। ਜਿਸ ਦਾ, ਜਿੱਥੇ ਹੁਣ ਮਹਾਰਾਜ ਨੇ ਬਾਣੀ 'ਚ ਕਿਹਾ ਨਾ, ਪਵਨੈ ਮੈਂ ਪਵਨ ਸਮਾਇਆ, ਜੋਤੀ ਮੈਂ ਜੋਤ ਰਲ ਜਾਇਆ, ਮਾਟੀ ਮਾਟੀ ਹੋਈ ਏਕ, ਰੋਵਨ ਹਾਰੇ ਕੀ ਕਵਨ ਟੇਕ, ਕੌਣ ਮੁਆਰੇ ਕੌਣ ਮੁਆ, ਬ੍ਰਹਮ ਗਿਆਨੀ ਮਿਲ ਕਰੋ ਵਿਚਾਰਾ, ਇਹ ਤਾਂ ਚਲਤ ਪਾਇਆ। ਕੁਦਰਤ ਦੇ ਵਿੱਚ ਹੀ ਇਹ ਸਰੀਰ ਜਿਹੜਾ ਹੈ, ਇਹਦੇ ਤੱਤ ਜਿਹੜੇ ਨੇ, ਚੇਤਨਾ ਜਿਹੜੀ ਹੈ, ਜਿਹਨੂੰ ਆਪਾਂ ਜੋਤ ਕਹਿੰਦੇ, ਸਭ ਕੁਝ ਉਸੇ ਤਰ੍ਹਾਂ ਹੀ ਵਿਲੀਨ ਹੋ ਜਾਂਦਾ, ਮਿਲ ਜਾਂਦਾ। ਤੋ ਇੱਕ ਹੋਰ ਵਾਕ ਅਸੀਂ ਪੜ੍ਹਦੇ ਹਾਂ, ਅਬ ਨਾ ਭਜਸ, ਭਜਸ ਕਬ ਭਾਈ, ਆਵੈ ਅੰਤ ਨਾ ਭਜਿਆ ਜਾਏ। ਜੇ ਤੂੰ ਸਾਰੀ ਜ਼ਿੰਦਗੀ ਅਭਿਆਸ ਨਹੀਂ ਕੀਤਾ ਪਰਮੇਸ਼ਰ ਨੂੰ ਯਾਦ ਕਰਨ ਦਾ, ਤੇ ਕੀ ਦਾਵਾ ਵੀ ਆਖਰੀ ਸਮੇਂ ਦੇ ਉੱਤੇ ਤੇਰੇ ਮੂੰਹੋਂ ਵਾਹਿਗੁਰੂ ਨਿਕਲ ਆਏ? ਹਾਏ ਨਹੀਂ ਨਿਕਲੇਗਾ। ਜਦੋਂ ਤੈਨੂੰ ਸਾਰੀ ਉਮਰ ਚੇਤਾ ਹੀ ਨਹੀਂ ਰਿਹਾ, ਜਿਹਦਾ ਚੇਤਾ ਰਿਹਾ ਧਿਆਨ ਵੀ ਉਹਦੇ 'ਚ ਹੀ ਰਹਿਣਾ ਹੈ ਨਾ ਆਖਰੀ ਸਮੇਂ। ਹੁਣ ਕੋਈ ਬੰਦਾ ਇਹ ਸੋਚੇ ਵੀ ਅੰਤ ਵੇਲੇ ਮੈਂ ਕੇਵਲ ਰੱਬ ਕਹਿ ਕੇ ਛੁੱਟ ਜਾਣਾ ਹੈ, ਤੇ ਕੋਈ ਗੱਲ ਹੀ ਨਹੀਂ, ਆਪਾਂ ਨੂੰ ਤਾਂ ਸੌਖਾ ਕੰਮ ਹੈ, ਜੋ ਮਰਜ਼ੀ ਕਰੋ। ਮੇਰੇ ਸਤਿਗੁਰੂ ਆਖਦੇ ਨੇ, ਕਿਵੇਂ ਚੇਤਾ ਕਰ, ਜਿਹੜੀ ਗੱਲ ਚੇਤੇ 'ਚ ਹੀ ਨਹੀਂ ਹੋਣੀ, ਜਿਹੜੀ ਗੱਲ ਤੇਰੇ ਖਿਆਲ 'ਚ ਹੀ ਨਹੀਂ, ਤੇਰੇ ਜੀਵਨ ਦੇ ਅਭਿਆਸ ਹੀ 'ਚ ਹੀ ਨਹੀਂ, ਉਹ ਆਖਰੀ ਵੇਲੇ ਤੂੰ ਸਾਰੀ ਜ਼ਿੰਦਗੀ ਦੁਨੀਆ ਨੂੰ ਦੁਖੀ ਕਰਦਾ ਰਹੇ, ਧੱਕੇ ਕਰਦਾ ਰਹੇ, ਪਾਪ ਕਰਦਾ ਰਹੇ, ਤੇ ਆਖਰੀ ਵੇਲੇ ਇੱਕ ਵਾਰ ਤੂੰ ਨਾਰਾਇਣ ਕਹੇ, ਰੱਬ ਕਹੇ, ਤੇ ਤੂੰ ਛੁੱਟ ਜਾਏ। ਇੰਨੇ ਸਸਤੇ ਸੌਦੇ ਨਹੀਂ ਹਨ ਇਹ। ਇਸ ਲਈ ਗੁਰੂ ਸਾਹਿਬ ਜੀ ਦੀ ਮੁਬਾਰਕ ਬਾਣੀ ਨੇ ਤਾਂ ਸਮੁੱਚੇ ਜੀਵਨ ਨੂੰ ਅਬ ਨਾ ਭਜਸ, ਭਜਸ ਕਬ ਭਾਈ। ਤੇ ਹਜ਼ੂਰ ਨੇ ਕਿਹਾ ਨਹੀਂ ਬਾਣੀ 'ਚ, ਜਬ ਲਗ ਜਰਾ ਰੋਗ ਨਹੀਂ ਆਇਆ, ਜਬ ਲਗ ਕਾਲ ਗ੍ਰਸੀ ਨਹੀਂ ਕਾਇਆ, ਜਬ ਲਗ ਬਿਕਲ ਪਈ ਨਹੀਂ ਭਈ ਨਹੀਂ ਬਾਣੀ, ਭਜ ਲੈ ਰੇ ਮਨ ਸਾਰਨ ਪਾਣੀ। ਸਤਿਗੁਰੂ ਨੇ ਤੇ ਹਰ ਜੀਵ ਸਾਹ ਨਾਲ ਉਠਤ ਬੈਠਤ ਸੋਵਤ ਨਾਮ, ਕਹੋ ਨਾਨਕ ਜਨ ਕੈ ਸਦ ਕਾਮ ਲਿਖਿਆ। ਤੋ ਇਹ ਸਾਨੂੰ ਉਦਾਹਰਨਾਂ ਸਮਝਣੀਆਂ ਪੈਣਗੀਆਂ। ਹੁਣ ਅਸੀਂ ਸ਼ਬਦ ਦੇ ਭਾਵ ਵੱਲ ਆਉਂਦੇ, ਉਦਾਹਰਨਾਂ ਵੱਲ ਆਉਂਦੇ ਹਾਂ। ਪਹਿਲੀ ਉਦਾਹਰਣ ਵਿੱਚ ਆਖਦੇ ਨੇ, ਅੰਤ ਕਾਲ ਜੋ ਲక్ష్ਮੀ ਸਿਮਰੈ, ਐਸੀ ਚਿੰਤਾ ਮਹਿ ਜੇ ਮਰੈ, ਸਰਪ ਜੋਨ ਵਲ ਵਲ ਉਤਰੈ। ਹੁਣ ਅੰਤ ਕਾਲ ਜੇ ਸਾਡੀ ਸਮਝ ਵਿੱਚ ਆ ਗਿਆ ਗੁਰਬਾਣੀ ਦੇ ਮੁਤਲਕ, ਮੈਂ ਇੱਕ ਵਾਕ ਸਾਂਝਾ ਕਰਦਾ। ਸਤਿਗੁਰੂ ਮਹਾਰਾਜ ਫਰਮਾਉਂਦੇ ਨੇ, 184 ਜੋਨ ਉਪਾਈ, ਮਾਨਸ ਕਉ ਪ੍ਰਭ ਦੀ ਵਡਿਆਈ। ਫਿਰ ਅੱਗੇ ਲਿਖਿਆ, ਇਸ ਪੌੜੀ ਤੇ ਜੋ ਨਰ ਚੂਕੈ, ਮਨੁੱਖਾ ਜੀਵਨ ਨੂੰ ਹੀ ਆਖਰੀ ਵੇੜਾ ਕਿਹਾ ਗੁਰੂ ਗ੍ਰੰਥ ਸਾਹਿਬ 'ਚ। ਖਿਆਲ ਵਿੱਚ ਰਹੇ, ਮਨੁੱਖਾ ਜੀਵਨ ਨੂੰ ਆਖਰੀ ਵੇੜਾ ਕਿਹਾ। ਇਸ ਤੋਂ ਬਿਨਾਂ ਹੋਰ ਕੋਈ ਵਕਤ, ਮਨੁੱਖਾ ਜੀਵਨ ਤੋਂ ਬਿਨਾਂ ਹੋਰ ਕੋਈ ਆਸ ਤੇ ਉਮੀਦ ਹੀ ਨਹੀਂ ਸਾਡੇ ਕੋਲ। ਬਾਬਾ ਕਬੀਰ ਸਾਹਿਬ ਦਾ ਸ਼ਲੋਕ ਹੈ, ਕਬੀਰ ਮਾਨਸ ਜਨਮ ਦੁਲਭ ਹੈ, ਹੋਏ ਨਾ ਬਾਰੈ ਬਾਰ, ਜਿਉਂ ਬਾਨ ਫਲ ਪਾ ਕੇ ਭੋਏਗੇ ਨੇ ਬੌਰ ਨਾ ਲੱਗਣ ਡਾਰ। ਇਹ ਜੀਵਨ ਦਾ ਵਕਤ ਗੁਜ਼ਰ ਗਿਆ, ਇਦੋਂ ਬਾਅਦ ਤੇਰੇ ਕੋਲ ਕੋਈ ਚੋਇਸ ਨਹੀਂ। ਇਸ ਲਈ ਸਮੁੱਚੇ ਜੀਵਨ ਨੂੰ ਹੀ ਅੰਤ ਸਮਾਂ ਕਿਹਾ। ਇਹੀ ਤੇਰੇ ਕੋਲ, ਇਹ ਤੇਰਾ ਅਵਸਰ, ਇਹ ਤੇਰੀ ਬਾਰ, ਘਟ ਭੀਤਰ ਤੂੰ ਦੇਖ ਵਿਚਾਰ।
ਤੋ ਅਸੀਂ ਜ਼ਿੰਦਗੀ ਦੇ ਆਖਰੀ ਸਾਹ ਨੂੰ ਅੰਤਕਾਲ ਕਹਿੰਦੇ ਹਾਂ, ਗੁਰੂ ਸਾਹਿਬ ਸਮੁੱਚੇ ਜੀਵਨ ਨੂੰ ਅੰਤਕਾਲ ਕਹਿੰਦੇ ਨੇ। ਤੋ ਫਰਮਾਉਂਦੇ ਨੇ ਜਿਹੜਾ ਇਸ ਜੀਵਨ ਦੇ ਸਮੇਂ ਵਿੱਚ, ਅਦੁੱਤੀ ਸਮੇਂ ਵਿੱਚ, ਜਿਹੜੀ ਕਿ ਇਹਦੇ ਕੋਲ ਆਖਰੀ ਚੋਇਸ ਹੈ, ਆਖਰੀ ਵਕਤ ਹੈ, ਜੇ ਲక్ష్ਮੀ ਸਿਮਰਦਾ ਰਹੇ, ਯਾਨੀ ਕਿ ਦੌਲਤ ਦਾ ਹੀ ਚਿੰਤਨ ਕਰਦਾ ਰਹੇ, ਤੇ ਦੌਲਤ ਦਾ ਚਿੰਤਨ ਕਰਦਿਆਂ ਕਰਦਿਆਂ ਹੀ ਅੰਦਰੋਂ ਨਿੱਘਰ ਜਾਏ, ਜੇ ਮਰੇ ਆਤਮਕ ਮੌਤੇ ਮਰ ਜਾਏ, ਦੌਲਤ ਦਾ ਚਿੰਤਨ ਆਤਮਕ ਮੌਤੇ ਮਾਰੇਗਾ ਨਾ। ਹੁਣ ਇੱਕ ਸ਼ਬਦ ਅੱਗੇ ਧਿਆਨ ਨਾਲ ਅਗਲੀ ਉਦਾਹਰਣ ਵਿੱਚ ਵੇਖੀਏ, ਕਹਿੰਦੇ ਨੇ ਸਰਪ ਜੋਨ ਵਲ ਵਲ ਉਤਰੈ। ਆਪਾਂ ਸਮਾਜਿਕ ਤੌਰ ਤੇ ਵੀ ਜਿਹੜਾ ਬੰਦਾ 24 ਘੰਟੇ ਪੈਸਿਆਂ ਦੀ ਗੱਲ ਹੀ ਕਰੀ ਜਾਵੇ, ਆਪਾਂ ਉਹਨੂੰ ਕਹਿੰਦੇ ਤੂੰ ਤਾਂ ਸੱਪ ਹੈ ਪੱਕਾ, ਦੌਲਤ ਦੇ ਢੇਰ ਤੇ ਬੈਠਾ ਹੋਇਆ ਸੱਪ। ਆਪਾਂ ਨੂੰ ਇਹੀ ਉਦਾਹਰਣ ਦਿੰਦੇ ਹਾਂ ਨਾ। ਕੋਈ ਬੰਦਾ ਲਾਲਚੀ ਹੋਵੇ ਤੇ ਆਪਾਂ ਉਹਨੂੰ ਕੀ ਕਹਿੰਦੇ ਆ, ਤੂੰ ਕੁੱਤੇ ਵੱਤ ਹੈ। ਮਹਾਰਾਜ ਨੇ ਬਾਣੀ 'ਚ ਇਹੀ ਕਿਹਾ, ਲੋਭੀ ਜੰਤ ਨਾ ਜਾਣੀ ਭਾਖਾ ਭਖ ਸਭ ਖਾਏ। ਜਿਹੜਾ ਹਰ ਥਾਂ ਦੇ ਉੱਤੇ ਭਲਾ ਬੁਰਾ ਨਾ ਵਿਚਾਰੇ, ਚੰਗਾ ਨਾ ਵਿਚਾਰੇ, ਮਾੜਾ ਹਰ ਥਾਂ ਤੇ ਮੂੰਹ ਮਾਰਦਾ ਫਿਰੇ, ਉਹਨੂੰ ਆਪਾਂ ਕਹਿੰਦੇ ਤੂੰ ਸੂਰ ਵਰਗਾ ਹੈ, ਗੰਦ ਖਾਂਦਾ। ਇਹ ਉਦਾਹਰਨਾਂ ਬਾਣੀ 'ਚ ਆਮ ਹੀ ਸਤਿਗੁਰੂ ਨੇ ਵਰਤੀਆਂ, ਇਹ ਬਿਰਤੀਆਂ ਦੇ ਨਾਮ। ਤੋ ਸਤਿਗੁਰੂ ਕਹਿੰਦੇ ਨੇ ਮੋੜ ਮੋੜ ਕੇ ਸਮਝੋ ਵੀ ਉਹ ਸਰਪ ਦੀ ਜੂਨ ਹੀ ਹੰਢਾ ਰਿਹਾ ਹੈ, ਮਨੁੱਖ ਹੁੰਦਿਆਂ ਹੋਇਆਂ ਵੀ ਉਹ ਸਰਪ ਜੂਨ ਹੈ। ਇੱਕ ਵਾਕ ਸਾਂਝਾ ਕਰਦਾ ਮਹਾਰਾਜ ਗੁਰੂ ਅਰਜਨ ਸਾਹਿਬ ਦਾ, ਗੁਰ ਮੰਤਰ ਹੀਣਸ ਜੋ ਪ੍ਰਾਣੀ ਤ੍ਰਿਗੰਤ ਜਨਮ ਭ੍ਰਸ਼ਟਨ ਕੁਕਰਹ ਸੂਕਰਹ ਗਰਦਬਹ ਕਾਕਹ ਸਰਪਨਹ ਤੁਲ ਖਲਾ। ਤੁਲ ਦਾ ਮਤਲਬ ਹੈ ਬਰਾਬਰ। ਇਸ ਸਮੁੱਚੇ ਸ਼ਲੋਕ ਵਿੱਚ ਮਹਾਰਾਜ ਨੇ ਕਿਹਾ ਉਹ ਸੱਪ ਦੀ ਨਿਆਈ, ਗਧੇ ਦੀ ਨਿਆਈ, ਸੂਰ ਦੀ ਨਿਆਈ, ਕਾਂ ਦੀ ਨਿਆਈ ਇਤਿਆਦਿਕ ਇਹਨਾਂ ਜੂਨਾਂ ਦੀ ਨਿਆਈ ਹੈ। ਉਹਦਾ ਜੀਵਨ ਹੀ ਇਹਨਾਂ ਦੇ ਬਰਾਬਰ ਦਾ। ਉਹ ਮਨੁੱਖ ਅਖਵਾਉਣ ਦਾ ਅਧਿਕਾਰੀ ਨਹੀਂ, ਕਰਤੂਤ ਪਸ਼ੂ ਕੀ ਮਾਨਸ ਦਾ। ਤੋ ਦੂਜੀ ਉਦਾਹਰਣ ਵਿੱਚ ਆਖਦੇ ਨੇ ਅੰਤਕਾਲ ਜੋ ਇਸਤਰੀ ਸਿਮਰੈ ਐਸੀ ਚਿੰਤਾ ਮੈਂ ਜੇ ਮਰੈ। ਜਿਹੜਾ ਪਰਾਇਆ ਰੂਪ ਹੀ ਚਿਤਵਦਾ ਰਹਿੰਦਾ। ਹੁਣ ਧਿਆਨ ਦੇਣਾ, ਵੇਸ਼ਵਾ ਕੋਈ ਮਨੁੱਖਾ ਜੂਨ ਤੋਂ ਵੱਖਰੀ ਜੂਨ ਨਹੀਂ ਹੈ। ਮਨੁੱਖ ਹੀ ਜਾਂ ਇਸਤਰੀ ਹੀ ਜਿਹੜੀ ਬਦਕਾਰ ਹੋ ਜਾਏ ਉਹਨੂੰ ਹੀ ਵੇਸ਼ਵਾ ਕਿਹਾ ਜਾਂਦਾ ਹੈ, ਪਰ ਇੱਥੇ ਇਹਨੂੰ ਵੀ ਜੂਨ ਮੰਨਿਆ। ਕੀ ਵੇਸ਼ਵਾ ਕੋਈ ਮਨੁੱਖ ਤੋਂ ਵੱਖਰੀ ਜੂਨ ਹੈ? ਕਿ ਮਨੁੱਖਾਂ ਵਿੱਚੋਂ ਕੋਈ ਵੇਸ਼ਵਾ ਨਹੀਂ ਬਣਦਾ? ਪਰ ਇੱਥੇ ਤੁਸੀਂ ਸ਼ਬਦ ਦੀ ਇਹ ਉਦਾਹਰਣ ਪੜ੍ਹੋ, ਅੰਤਕਾਲ ਜੋ ਇਸਤਰੀ ਸਿਮਰੈ, ਜੋ ਇਸਤਰੀ ਦਾ ਚਿੰਤਨ ਨਹੀਂ ਕਰਦਾ, ਭਾਵ ਪਰਾਇਆ ਰੂਪ ਤੇ ਕਾਮ ਦੀ ਗ੍ਰਿਫਤ ਵਿੱਚ ਹੀ ਸੁਰਤ ਨੂੰ ਰੱਖਦਾ ਹੈ, ਜਾਂ ਰੱਖਦੀ ਹੈ ਜਾਂ ਰੱਖਦਾ ਹੈ। ਫਿਰ ਆਖਦੇ ਨੇ ਐਸੀ ਚਿੰਤਾ ਮੈਂ, ਇਸੇ ਚਿੰਤਨ ਵਿੱਚ ਜੇ ਮਰੇ, ਆਤਮਕ ਮੌਤੇ ਮਰ ਜਾਏ, ਅੰਦਰੋਂ ਡੈਡ ਹੋ ਜਾਂਦਾ ਹੈ, ਅੰਦਰੋਂ ਸੁਰਤ ਕਰਕੇ ਮਰ ਜਾਂਦਾ ਹੈ, ਕਾਮ ਵਿੱਚ ਗ੍ਰਸਤ ਤੇ ਮੁਬਤਲਾ ਹੋ ਜਾਂਦਾ ਹੈ। ਬੇਸਵਾ ਜੋਨ ਸਮਝੋ ਬਾਰ-ਬਾਰ ਵੇਸ਼ਵਾ ਦੀ ਜੂਨ ਹੰਢਾ ਰਿਹਾ, ਉਹ ਤਰੈ ਜਨਮ ਲੈ ਰਿਹਾ, ਉਹ ਬਾਰ-ਬਾਰ ਵੇਸ਼ਵਾ ਦੀ ਜੂਨ 'ਚ ਪੈ ਰਿਹਾ। ਕਿ ਜਿਹੜਾ ਕਾਮ ਦਾ ਚਿੰਤਨ ਲਗਾਤਾਰ ਕਰਦਾ ਰਹਿੰਦਾ ਹੈ, ਪਰਾਇਆ ਰੂਪ ਤੱਕਦਾ ਹੈ, ਪਰਾਏ ਘਰ ਵੇਖਦਾ ਹੈ, ਬਦਕਾਰੀ ਕਰਦਾ ਹੈ, ਕਿ ਉਹ ਵੇਸ਼ਵਾ ਤੋਂ ਘੱਟ ਹੈ? ਉਹ ਵੇਸ਼ਵਾ ਹੀ ਤੇ ਹੈ, ਤੇ ਵੇਸ਼ਵਾ ਕੋਈ ਮਨੁੱਖ ਤੋਂ ਵੱਖਰੀ ਜੂਨ ਨਹੀਂ। ਗੱਲ ਹੈ ਕਿ ਉਹ ਵੇਸ਼ਵਾ ਦੀ ਬਿਰਤੀ ਹੰਢਾਉਂਦਾ ਹੈ। ਅੱਗੇ ਫਰਮਾਇਆ ਅੰਤਕਾਲ ਜੋ ਲੜਕੇ ਸਿਮਰੈ ਐਸੀ ਚਿੰਤਾ ਮੈਂ ਜੇ ਮਰੈ, ਸੂਕਰ ਜੋਨ ਵਲ ਵਲ ਉਤਰੈ। ਉਦਾਹਰਣਾਂ ਵੀ ਬੜੀਆਂ ਚੁਣਿੰਦਾ ਹਨ। ਇਸੇ ਤਰ੍ਹਾਂ ਇਸ ਮਨੁੱਖਾ ਜੀਵਨ ਦੇ ਪੜਾਅ ਵਿੱਚ ਜਿਹੜਾ ਕੇਵਲ ਔਲਾਦ ਦਾ ਹੀ ਚਿੰਤਨ ਕਰਦਾ ਰਹਿੰਦਾ, ਉਸ ਨੂੰ ਹੋਰ ਕੁਝ ਨਹੀਂ ਨਜ਼ਰ ਆਉਂਦਾ। ਵੈਸੇ ਤੇ ਉਦਾਹਰਣਾਂ ਬੜੀਆਂ ਤਫਸੀਲ ਮੰਗਦੀਆਂ ਨੇ, ਪਰ ਆਪਾਂ ਸੰਖੇਪ ਵਿੱਚ ਵਿਚਾਰ ਰਹੇ ਹਾਂ। ਇਸੇ ਹੀ ਚਿੰਤਨ ਵਿੱਚ ਆਤਮਕ ਮੌਤੇ ਤਬਾਹ ਹੋ ਜਾਂਦਾ ਹੈ, ਮੋਹ ਵਸ ਹੋ ਕੇ ਸੂਕਰ ਜੂਨ, ਸੂਰ ਦੀ ਜੂਨ ਵਿੱਚ ਸਮਝੋ ਬਾਰ-ਬਾਰ ਮੁਬਤਲਾ ਗ੍ਰਸਤ ਤੇ ਚੱਕਰ ਕੱਟ ਰਿਹਾ। ਸੂਕਰ ਦਾ ਕਿਉਂ? ਇੱਕ ਸੂਰੀ ਜਿਹੜੀ ਉਹ 6 ਮਹੀਨਿਆਂ 'ਚ ਆਪਣੇ ਬੱਚੇ ਦੇ ਕੇ ਉਹਦੇ ਬੱਚੇ ਵੱਡੇ ਹੋ ਜਾਂਦੇ, ਇਸੇ ਕਰਕੇ ਉਹ ਉਹਨਾਂ ਹੀ ਸੂਰਾਂ ਨਾਲ ਸਰੀਰਕ ਸੰਬੰਧ ਬਣਾ ਕੇ ਫਿਰ ਬੱਚੇ ਪੈਦਾ ਕਰਦੀ। ਇਸਲਾਮ ਵਿੱਚ ਸੂਰ ਖਾਣਾ ਇਸ ਲਈ ਹਰਾਮ ਕਿਹਾ ਗਿਆ। ਬਾਣੀ ਵਿੱਚ ਜਦੋਂ ਉਦਾਹਰਣ ਆਉਂਦੀ ਹੈ ਨਾ, ਉਸ ਸੂਰ ਉਸ ਗਾਏ, ਇੱਕ ਗਾਂ ਨੂੰ ਪਵਿੱਤਰ ਮੰਨਦੇ ਨੇ, ਦੂਜੇ ਸੂਰ ਨੂੰ ਹਰਾਮ ਮੰਨਦੇ। ਇਸ ਕਰਕੇ ਉਦਾਹਰਣ ਦਿੱਤੀ ਹੈ
ਅੰਤ ਕਾਲ ਜੋ ਮੰਦਰ ਸਿਮਰੈ ਐਸੀ ਚਿੰਤਾ ਮਹਿ ਜੇ ਮਰੈ। ਜਿਹੜਾ ਕੇਵਲ ਮਹਿਲ ਮਾੜੀਆਂ ਦੇ ਚਿੰਤਨ ਵਿੱਚ ਹੀ ਗ੍ਰਸਤ ਹੈ, ਜੀਵਨ ਦੇ ਇਸ ਪੜਾਅ ਵਿੱਚ ਆਤਮਕ ਮੌਤੇ, ਵਿਖਾਵੇ ਬਾਜ਼ੀਆਂ, ਮੋਹ ਵਸ ਮਰਿਆ ਪਿਆ, ਆਤਮਕ ਮੌਤੇ ਖਤਮ ਹੈ, ਪ੍ਰੀਤ ਜੋਨ ਵਾਲ ਵਾਲ ਉਤਰੈ। ਉਹ ਪ੍ਰੀਤ ਦੀ ਨਿਆਈ ਹੈ। ਜੇ ਆਪਾਂ ਉਦਾਹਰਨ ਦੇਂ, ਖਾਲੀ ਘਰ ਭੂਤ ਵਾੜੇ ਨੂੰ, ਉਹ ਸਮਝੋ ਵੀ ਪ੍ਰੇਤ ਦੀ ਜੂਨ ਹੰਢਾਰ ਹੈ, ਵੱਲ ਵੱਲ ਉਸੇ ਹੀ ਜੂਨ ਦਾ ਉਹ ਸ਼ਿਕਾਰ ਹੈ। ਸਮੁੱਚਾ ਜੀਵਨ ਹੀ ਉਹਦਾ ਜਿਹੜਾ ਹੈ ਆਵਾਗਮਨ ਹੋਤ ਹੈ ਫੁਨ ਫੁਨ। ਇਹ ਪ੍ਰਸੰਗ ਨਾ ਟੂਟੈ। ਅੰਤ ਕਾਲ ਨਾਰਾਇਣ ਸਿਮਰੈ। ਇਸ ਮਨੁੱਖਾ ਜੀਵਨ ਵਿੱਚ ਜਿਹੜਾ ਨਾਰਾਇਣ ਪਰਮੇਸ਼ਰ ਅਕਾਲ ਪੁਰਖ ਨੂੰ ਯਾਦ ਕਰ, ਉਹਦਾ ਜਿਹੜਾ ਚਿੰਤਨ ਕਰਦਾ, ਐਸੀ ਚਿੰਤਾ ਮੈਂ ਜੇ ਮਰੈ। ਜਿਹੜਾ ਇਸ ਚਿੰਤਨ ਵਿੱਚ ਹਉਮੈ ਤੇ ਹੰਗਤਾ ਵੱਲੋਂ ਮਰ ਜਾਂਦਾ। ਹੁਣ ਇੱਥੇ ਧਿਆਨ ਦੇਣਾ, ਪਹਿਲਾਂ ਸੀ ਆਤਮਕ ਮੌਤੇ ਮਰਨ ਦਾ ਜ਼ਿਕਰ ਹੋਣਾ, ਹਉਮੈ ਤੇ ਹੰਕਾਰ ਵੱਲੋਂ ਮਰਨ ਦਾ ਜ਼ਿਕਰ। ਜਿਸ ਨੂੰ ਸ਼ਬਦ ਮਰੋ ਫਿਰ ਜੀਵੋ ਸਦ ਹੀ, ਤਾਂ ਫਿਰ ਮਰਨ ਨਾ ਹੋਈ ਕਿਆ। ਅੱਗੇ ਸ਼ਬਦ ਬਾ ਕਮਾਲ ਹੈ, ਬਦਤ ਲੋਚਨ ਤੇ ਨਰ ਮੁਕਤਾ, ਪੀਤੰਬਰ ਵਾਕੇ ਹਿਰਦੇ ਬਸੇ। ਹੇ ਤਿਲੋਚਨ ਆਖ ਉਹ ਮੁਕਤ ਹੈ ਵਿਸ਼ਿਆਂ ਤੋਂ, ਵਿਕਾਰਾਂ ਤੋਂ, ਉੱਪਰਲੀਆਂ ਜੂਨਾਂ ਤੋਂ, ਜਿਨ੍ਹਾਂ ਦਾ ਜ਼ਿਕਰ ਕੀਤਾ ਨੇ, ਇਹਨਾਂ ਸਾਰੀਆਂ ਜੂਨਾਂ ਬਿਰਤੀਆਂ ਤੋਂ ਮੁਕਤ ਹੈ। ਤੇ ਪੀਤੰਬਰ ਪਰਮੇਸ਼ਰ ਅਕਾਲ ਪੁਰਖ ਵਾਕੇ ਹਿਰਦੇ ਬਸੇ। ਹੁਣ ਜਿਹੜਾ ਬੰਦਾ ਮਾਰੀ ਗਿਆ, ਉਹਦੇ ਹਿਰਦੇ 'ਚ ਕੀ ਵਸਣਾ ਹੋਇਆ, ਜਰਾ ਸੋਚੋ। ਇੱਕ ਸਵਾਲ ਹੈ, ਇੱਕ ਜਵਾਬ ਹੈ, ਕਹਿ ਕੇ ਸਮਾਪਤੀ ਕਰਾਂਗਾ। ਸਿੱਧਾਂ ਵੱਲੋਂ ਗੁਰੂ ਨਾਨਕ ਮਹਾਰਾਜ ਨੂੰ ਸਵਾਲ ਹੈ, ਜਬ ਜੋਏ ਹਿਰਦਾ ਦੇ ਨਾ ਹੋਤੀ ਤਉ ਮਨ ਕੈਠੇ ਰਹਿਤਾ। ਜਦੋਂ ਇਹ ਦੇਹੀ ਨਹੀਂ ਤੇ ਹਿਰਦਾ ਵੀ ਨਹੀਂ, ਤੇ ਮਨ ਕਿੱਥੇ ਰਹਿੰਦਾ ਹੈ? ਹਜ਼ੂਰ ਨੇ ਦਾ ਉੱਤਰ ਦਿੱਤਾ, ਜਬ ਇਹ ਹਿਰਦਾ ਦੇ ਨਾ ਹੋਤੀ ਤਉ ਮਨ ਸੁਨ ਰਹਿ ਬੈਰਾਗੀ। ਜਦੋਂ ਦੇਹੀ ਦਾ ਵਜੂਦ ਹੀ ਨਹੀਂ ਤੇ ਮਨ ਆਪਣੇ ਅਸਲ ਅਸਤਿਤਵ ਵਿੱਚ ਅਫੁਰ ਅਵਸਥਾ ਨੂੰ ਕਿਹਾ। ਅਫੁਰ ਅਵਸਥਾ ਅਰਥ ਕੀਤੇ, ਇਹਦਾ ਭਾਵ ਹੈ ਵੀ ਬਿਲਕੁਲ ਜ਼ੀਰੋ ਲੈਵਲ ਤੇ ਅਫੁਰ, ਜਿਹਦਾ ਆਪਾਂ ਕਹਿੰਦੇ ਵੀ ਵਰਕਆਊਟ ਹੀ ਨਹੀਂ, ਕੋਈ ਪ੍ਰੋਸੈਸ ਵਿੱਚ ਹੀ ਨਹੀਂ ਪਿਆ ਜਿਹੜਾ। ਤਦੋਂ ਇਹ ਪ੍ਰੋਸੈਸ ਵਿੱਚ ਹੀ ਨਹੀਂ ਤੇ ਕੋਈ ਸੰਕਲਪ ਵਿਕਲਪ ਹੀ ਨਹੀਂ, ਨਾ ਭਲਾ ਨਾ ਬੁਰਾ। ਤੋ ਜਦੋਂ ਫਿਰ ਸਰੀਰ ਵਜੂਦ 'ਚ ਆਇਆ, ਇਹਦੇ ਅੰਦਰ ਪਰਮੇਸ਼ਰ ਵਾਹਿਗੁਰੂ ਨੇ ਆਪਣੀ ਜੋਤ ਚੇਤਨ ਸੱਤਾ ਇਹਨੂੰ ਬਖਸ਼ੀ, ਤਾਂ ਫਿਰ ਮਨ ਪ੍ਰੋਸੈਸ ਵਿੱਚ ਆਇਆ, ਅਫੁਰ ਤੋਂ ਫੁਰਨਿਆਂ ਵੱਲ ਤੁਰ ਪਿਆ। ਤੋ ਇਸ ਲਈ ਫਰਮਾਇਆ ਵੀ ਐਸੀ ਚਿੰਤਾ ਮੈਂ ਜਿਹੜਾ ਇਸ ਚਿੰਤਨ ਵਿੱਚ ਹਉਮੈ ਹੰਗਤਾ ਵੱਲੋਂ ਮਰ ਜਾਂਦਾ ਹੈ, ਵਿਸ਼ੇ ਵਿਕਾਰਾਂ ਦੀ ਜ਼ਿੰਦਗੀ ਨੂੰ ਤਿਆਗ ਦਿੰਦਾ ਹੈ। ਬਦਤ ਲੋਚਨ ਤੇ ਨਰ ਮੁਕਤਾ, ਉਹ ਵਿਸ਼ੇ ਵਿਕਾਰਾਂ ਤੋਂ ਮੁਕਤ ਹੋ ਜਾਂਦਾ ਹੈ, ਉੱਪਰਲੀਆਂ ਜੂਨਾਂ ਤੋਂ ਰਹਿਤ ਹੋ ਜਾਂਦਾ ਹੈ। ਪੀਤੰਬਰ ਵਾਕੇ ਹਿਰਦੇ ਵਸੇ, ਤੇ ਪਰਮੇਸ਼ਰ ਉਹਦੇ ਹਿਰਦੇ ਵਿੱਚ ਨਿਵਾਸ ਰੱਖਦਾ ਹੈ। ਉਹ ਸਾਖਿਆਤ ਆਪਣੇ ਹਿਰਦੇ ਚੋਂ ਮਾਲਕ ਨੂੰ ਜਾਣ ਲੈਂਦਾ ਹੈ। ਗਰੀਬ ਨਵਾਜ਼ ਹੋਈਆਂ ਭੁੱਲਾਂ ਦੀ ਖਿਮਾ ਬਖਸ਼ਣ। ਆਪ ਸਭਨਾਂ ਦਾ ਧੰਨਵਾਦ। ਅਦਬ ਸਹਿਤ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।